ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਜੀ ਕੀ ਸਤਿਕਾਰਯੋਗ ਸਾਧ ਸੰਗਤ ਜੀ, ਆਓ ਫਤਿਹ ਬੁਲਾਈਏ ਗੁਰੂ ਸ਼ਬਦ ਦੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪ੍ਰਮਾਤਮਾ ਦੇ ਕਿਰਪਾ ਦੇ ਨਾਲ ਗੁਰ ਸ਼ਬਦ ਦੀ ਵਿਚਾਰ ਦੀ ਸਾਂਝ ਆਪਾਂ ਸਾਰਿਆਂ ਨੇ ਕਰਨੀ ਹੈ। ਤੇ ਜਦੋਂ ਵੀ ਸੰਗਤੀ ਰੂਪ ਦੇ ਵਿੱਚ ਆਪਾਂ ਜੁੜ ਕੇ ਬੈਠਦੇ ਹਾਂ, ਕਾਲ ਨੇ ਕੋਸ਼ਿਸ਼ ਕਰਨੀ ਹੁੰਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਧਿਆਨ ਇਹ ਨਾ ਟਿਕੇ, ਵਿਚਾਰ ਪੈਦਾ ਕਰਨੇ ਨੇ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਜਦੋਂ ਵੀ ਸੰਗਤ ਰੂਪ ਦੇ ਵਿੱਚ ਬੈਠਣਾ ਹੈ, ਜੁੜਨਾ ਹੈ, ਉਦੋਂ ਆਪਣੇ ਮਨ ਦੇ ਵਿਚਾਰਾਂ ਨੂੰ ਸੰਕੋਚਣਾ ਹੈ ਤੇ ਆਪਣੇ ਧਿਆਨ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜਨ ਦਾ ਯਤਨ ਕਰਨਾ ਹੈ, ਕੋਸ਼ਿਸ਼ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਸਾਡੇ ਮਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਸਵਾਲ ਦੇ ਰੂਪ ਵਿੱਚ ਵੀ ਸੰਗਤ ਦਾ ਇੱਕ ਸਵਾਲ ਵੀ ਸੀ, ਇਸੇ ਕਰਕੇ ਵਿਚਾਰ ਨੂੰ ਲਾਈਵ ਕੀਤਾ ਗਿਆ ਹੈ। ਵਿਚਾਰ ਸੀ ਸੁਪਨੇ ਦੇ ਸੰਬੰਧ ਵਿੱਚ ਵਿਚਾਰ ਕੀਤੀ ਜਾਏ ਗੁਰਮਤਿ ਦੇ ਮੁਤਾਬਕ ਵੀ ਸੁਪਨਾ ਕੀ ਹੈ। ਕਿਉਂਕਿ ਜਿੰਨਾ ਚਿਰ ਅਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ, ਉਹਨਾਂ ਚਿਰ ਸੰਸਾਰ ਨੂੰ ਅਸੀਂ ਸੱਚ ਸਮਝਦੇ ਹਾਂ ਤੇ ਜੋ ਸਾਡੇ ਮਨ ਦਾ ਘਰ ਹੈ, ਜਿੱਥੇ ਜਾ ਕੇ ਅਸੀਂ ਆਪਦੇ ਮੂਲ ਨੂੰ, ਮਾਤਾ ਪਿਤਾ ਨੂੰ ਮਿਲਣਾ ਹੈ, ਉਸ ਨੂੰ ਅਸੀਂ ਭੁੱਲ ਜਾਂਦੇ ਹਾਂ। ਗੁਰੂ ਸਾਡੇ ਜੀਵਨ ਨੂੰ ਉਲਟਦਾ ਹੈ, ਸਾਨੂੰ ਜੀਵਨ ਦੀ ਜਾਂਚ ਸਿਖਾਉਂਦਾ ਹੈ, ਜਿਸ ਦੇ ਨਾਲ ਸਾਡੀ ਜੀਵਨ ਜੋਗਤ ਸਿੱਖਣ ਦੇ ਨਾਲ ਸਾਡਾ ਢੰਗ ਬਦਲ ਜਾਂਦਾ ਹੈ। ਅਸੀਂ ਗੁਰਮਤਿ ਮੁਤਾਬਕ ਜਿਉਣਾ ਸ਼ੁਰੂ ਕਰਦੇ ਹਾਂ। ਇਸ ਕਰਕੇ ਨਾਲ ਮੈਂ ਕੋਸ਼ਿਸ਼ ਕਰਾਂਗਾ ਵੀ ਬੋਰਡ ਦੇ ਉੱਪਰ ਵੀ ਸਮਝਿਆ ਜਾ ਸਕੇ ਇਸ ਸਬਜੈਕਟ ਨੂੰ, ਕਿਉਂਕਿ ਸੁਰਤ ਦਾ ਟਿਕਾਊ ਬਣਨ ਵਾਸਤੇ ਇਹ ਜੋ ਵਿਜ਼ੂਅਲ ਆਪਾਂ ਆਸਰਾ ਲੈਂਦੇ ਹਾਂ ਆਰਟ ਦਾ, ਇਹ ਬੋਰਡ ਉਸੇ ਵਿੱਚੋਂ ਇੱਕ ਤਰੀਕਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਨੇ ਗੁਰਬਾਣੀ ਦੇ ਵਿੱਚ ਸਾਨੂੰ ਜਿਸ ਤਰੀਕੇ ਨਾਲ ਸਮਝਾਇਆ ਹੈ, ਉਹਨਾਂ ਨੇ ਦੱਸਿਆ ਹੈ ਵੀ ਇੱਕ ਪਾਸੇ ਸਾਡਾ ਮਨ ਹੈ, ਮਾਇਆ ਦੇ ਘਰ ਦੇ ਵਿੱਚ ਇੱਕ ਪਾਸੇ ਮਨ ਹੈ ਮਾਇਆ ਦੇ ਘਰ ਦੇ ਵਿੱਚ ਤੇ ਦੂਸਰੇ ਪਾਸੇ ਰਾਤ ਹੈ
ਸ਼ਬਦ ਹੈ, ਨਾਮ ਹੈ, ਜਿੱਥੇ ਅਸੀਂ ਸੌਂ ਕੇ ਹੁਣ ਵਾਪਸ ਜਾਂਦੇ ਹਾਂ। ਕੁਦਰਤ ਵੱਲੋਂ ਇੱਕ ਖੇਲ ਚਲਾਇਆ ਜਾ ਰਿਹਾ ਹੈ, ਦਿਵਸ ਰਾਤ ਦੋਏ ਦਾਈ ਦਾਇਆ, ਖੇਲ ਹੈ ਸਗਲ ਜਗਤ। ਇਸ ਖੇਲ ਦੇ ਵਿੱਚ ਜੋ ਦਿਨ ਦਾ ਸਮਾਂ ਹੈ, ਇਹ ਨਿਰੰਕਾਰ ਵੱਲੋਂ, ਪਰਮਾਤਮਾ ਵੱਲੋਂ ਇਹ ਮਾਇਆ ਦੇ ਕਾਲ ਦੇ ਸਪੁਰਦ ਕੀਤਾ ਗਿਆ ਹੈ, ਜਿਸ ਦੇ ਵਿੱਚ ਅਸੀਂ ਆਪਦੇ ਪਰਿਵਾਰ ਵਿੱਚ ਆ ਕੇ, ਕਰਮ ਵਿੱਚ ਆ ਕੇ, ਸੰਜੋਗ ਸਾਡੇ ਜੁੜਦੇ ਨੇ, ਅਸੀਂ ਖੇਡ ਖੇਡਦੇ ਹਾਂ। ਰਾਤ ਨੂੰ ਸਾਡਾ ਵਿਜੋਗ ਪੈਂਦਾ ਹੈ ਸੰਸਾਰ ਨਾਲੋਂ। ਅਸੀਂ ਆਪਦੇ ਇਸ ਮਾਇਆ ਦੇ ਸੰਸਾਰ ਨੂੰ ਛੱਡ ਕੇ ਇੱਥੋਂ ਤੱਕ ਸੰਜੋਗ ਨੂੰ ਵਿਜੋਗ ਵਿੱਚ ਬਦਲਦੇ ਨੇ ਕਿ ਹੌਲੀ ਹੌਲੀ ਸਾਨੂੰ ਸੰਸਾਰ ਵੀ ਭੁੱਲਦਾ ਹੈ, ਪਰਿਵਾਰ ਵੀ ਭੁੱਲਦਾ ਜਾਂਦਾ ਹੈ, ਤੇ ਅਖੀਰ ਤੇ ਜਦੋਂ ਅਸੀਂ ਸੌਂ ਜਾਂਦੇ ਹਾਂ, ਸਾਨੂੰ ਸਾਡਾ ਸਰੀਰ ਵੀ ਭੁੱਲ ਜਾਂਦਾ ਹੈ ਤੇ ਸਾਡਾ ਮਨ ਸਰੀਰ ਤੋਂ ਵੱਖ ਹੋ ਜਾਂਦਾ ਹੈ। ਅਸੀਂ ਸੁਪਨੇ ਵਿੱਚ ਚਲੇ ਜਾਂਦੇ ਹਾਂ। ਸੁਪਨੇ ਵਿੱਚ ਜਾ ਕੇ ਬਿਨਾਂ ਅੱਖਾਂ ਤੋਂ ਦੇਖਦੇ ਹਾਂ, ਬਿਨਾਂ ਹੱਥਾਂ ਪੈਰਾਂ ਤੋਂ ਚੱਲਦੇ ਫਿਰਦੇ ਹਾਂ। ਉਹ ਸਾਡੇ ਮਨ ਦਾ ਸੂਖਮ ਰੂਪ ਹੈ। ਜੋ ਸਾਡਾ ਨਿੱਜ ਸਰੂਪ ਮਨ ਹੈ, ਉਹ ਸੂਖਮ ਹੈ। ਉਹ ਸੂਖਮ ਹੀ ਰਾਤ ਨੂੰ ਪਰਲੋਕ ਵਿੱਚ ਚਲਾ ਜਾਂਦਾ ਹੈ, ਦਿਨੇ ਉਹ ਇਸ ਲੋਕ ਦੇ ਵਿੱਚ ਆ ਜਾਂਦਾ ਹੈ। ਇਸ ਤਰੀਕੇ ਨਾਲ ਉਹ ਆਉਂਦਾ ਜਾਂਦਾ ਰਹਿੰਦਾ ਹੈ। ਜਿੱਥੇ ਰਾਤ ਨੂੰ ਚਲਾ ਜਾਂਦਾ ਹੈ, ਉਹ ਉਸ ਦਾ ਅਸਲੀ ਘਰ ਹੈ, ਜਿਸ ਨੂੰ ਸੱਚਖੰਡ, ਪਰਲੋਕ ਅਤੇ ਦਰਗਾਹ ਵੀ ਕਿਹਾ ਗਿਆ ਹੈ। ਜਿੱਥੇ ਦਿਨ ਦੇ ਸਮੇਂ ਉਹ ਇਸ ਸੰਸਾਰ ਦੇ ਵਿੱਚ ਆਉਂਦਾ ਹੈ, ਇਹ ਮਾਇਆ ਦਾ ਘਰ ਹੈ। ਇਸ ਨੂੰ ਮਾਤ ਲੋਕ ਕਹਿੰਦੇ ਨੇ। ਇੱਥੇ ਮਾਤਾ ਦੇ ਉਦਰ ਦੇ ਰਾਹੀਂ ਜੀਵਾਤਮਾ ਪ੍ਰਵੇਸ਼ ਕਰਦੀ ਹੈ। ਹੁਣ ਇਸ ਮਾਤਲੋਕ ਦੇ ਵਿੱਚ ਅਸੀਂ ਜਦੋਂ ਆਉਂਦੇ ਹਾਂ, ਇੱਥੇ ਕੁਦਰਤੀ ਇਸ ਅਵਸਥਾ ਵਿੱਚ ਖੇਲ ਚੱਲਦਾ ਹੈ ਕਿ ਇਸ ਮਾਇਆ ਦਾ ਜੋ ਖੇਡ ਖਿਡਾਉਣ ਵਾਲਾ ਵਿਚੋਲਾ ਹੈ, ਉਹ ਪੌਣ ਹੈ, ਇਹ ਸਾਡੇ ਸਵਾਸ ਨੇ। ਜਦੋਂ ਅਸੀਂ ਪੌਣ ਵਿੱਚ ਮਿਲਾਂਗੇ ਤੇ ਖੇਲ ਸ਼ੁਰੂ ਹੋਏਗਾ, ਸਾਨੂੰ ਸਾਡੇ ਤਨ ਦਾ, ਸਾਡੇ ਪਰਿਵਾਰ ਦਾ ਭੇਤ ਆਉਣਾ ਸ਼ੁਰੂ ਹੋ ਜਾਏਗਾ, ਗਿਆਨ ਆਉਣਾ ਸ਼ੁਰੂ ਹੋ ਜਾਏਗਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਇਸ ਖੇਡ ਨੂੰ ਇਸ ਤਰੀਕੇ ਨਾਲ ਸਮਝਾਉਂਦੇ ਨੇ। ਪੌਣ ਨੂੰ ਗੁਰੂ ਦਾ ਖਿਤਾਬ ਦੇ ਕੇ ਇਸ ਮਾਤਲੋਕ ਦੇ ਵਿੱਚ ਜੋ ਸਾਡੀ ਧਰਤੀ ਹੈ, ਇਸ ਨੂੰ ਮਾਤਾ ਦਾ ਨਾਂ ਦੇ ਕੇ, ਪਾਣੀ ਨੂੰ ਪਿਤਾ ਦਾ ਨਾਂ ਦੇ ਕੇ ਤੇ ਕਰਮ ਤੇ ਆ ਕੇ ਖੇਡ ਸ਼ੁਰੂ ਕਰਾਉਂਦੇ ਨੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਰਮ ਤੇ ਆ ਕੇ ਖੇਲ ਚੱਲਦਾ ਹੈ। ਉਸ ਕਰਮਾਂ ਦੇ ਆਧਾਰ ਤੇ ਵਿਚਾਰ ਕੀਤੀ ਜਾਂਦੀ ਹੈ, ਚੰਗਿਆਈਆਂ ਦੀ ਤੇ ਬੁਰਿਆਈਆਂ ਦੀ। ਧਰਮ ਦਾ ਨਿਆਂ ਹੁੰਦਾ ਹੈ। ਉਸ ਦੇ ਮੁਤਾਬਕ ਜੈਸੇ ਜੀਵ ਕਰਮ ਕਰਦਾ ਹੈ, ਉਸ ਮੁਤਾਬਕ ਉਸ ਨੂੰ ਇਸ ਮਾਤਲੋਕ ਦੇ ਵਿੱਚੋਂ ਫਲ ਮਿਲਦਾ ਹੈ। ਹੁਣ ਜਦੋਂ ਅਸੀਂ ਇਸ ਖੇਡ ਵਿੱਚ ਸਹਿਜ ਸੁਭਾਏ ਖੇਡਦੇ ਹਾਂ, ਅਸੀਂ ਗੁਰੂ ਦੀ ਮੱਤ ਨਹੀਂ ਗ੍ਰਹਿਣ ਕਰਦੇ ਤੇ ਕਾਲ ਸਾਨੂੰ ਇੱਕ ਰਸਤਾ, ਜਦੋਂ ਅਸੀਂ ਪਾਉਣ ਵਿੱਚ ਮਿਲਦੇ ਹਾਂ, ਇਸ ਰਜੋ ਗੁਣ ਤੇ ਆਉਂਦੇ ਹਾਂ, ਕਰਮ ਤੇ ਆਉਂਦੇ ਹਾਂ, ਆਪਦੇ ਸਰੀਰ ਵਾਸਤੇ ਕੋਈ ਨੌਕਰੀ ਕਰਦੇ ਹਾਂ, ਖੇਤੀ ਕਰਦੇ ਹਾਂ, ਦਿਹਾੜੀ ਕਰਦੇ ਹਾਂ, ਫਿਰ ਕਾਲ ਸਾਨੂੰ ਇੱਥੇ ਉਲਝਾ ਲੈਂਦਾ ਹੈ। ਅਸੀਂ ਲਾਲਚ ਵਿੱਚ ਆ ਕੇ, ਤ੍ਰਿਸ਼ਨਾਵਾਂ ਦੀਆਂ ਲਹਿਰਾਂ ਦੇ ਵਿੱਚ ਆ ਕੇ ਸਿਰਫ ਮਾਇਆ ਨੂੰ ਲੈ ਕੇ ਚੱਲਦੇ ਹਾਂ। ਸਾਨੂੰ ਸਾਡਾ ਭੇਜਣ ਵਾਲਾ ਮੂਲ, ਸਾਡਾ ਮਾਤਾ ਪਿਤਾ, ਉਹ ਵਿਸਰ ਜਾਂਦਾ ਹੈ। ਜਦੋਂ ਉਹ ਸਾਨੂੰ ਵਿਸਰਦਾ ਹੈ, ਸਾਨੂੰ ਸਾਡੇ ਘਰ ਦਾ ਚੇਤਾ ਭੁੱਲ ਜਾਂਦਾ ਹੈ, ਜਿੱਥੋਂ ਸਾਡੇ ਮੂਲ ਨੇ ਸਾਨੂੰ ਭੇਜਿਆ,
ਜੋ ਸਾਡਾ ਨਿੱਜ ਘਰ ਹੈ, ਥਿਰ ਘਰ ਹੈ, ਇਸ ਨੂੰ ਅਸੀਂ ਭੁੱਲ ਜਾਂਦੇ ਹਾਂ। ਕਰਮ ਦੇ ਨਾਲ ਦ੍ਰਿੜ ਕਰਨ ਤੋਂ ਬਾਅਦ ਸਾਡੇ ਮਨ ਦਾ ਜੋ ਰਸਤਾ ਹੈ ਉਹ ਧਾਤ ਦਾ ਸ਼ੁਰੂ ਹੋ ਜਾਂਦਾ ਹੈ। ਧਾਤ ਦੇ ਰਸਤੇ ਦੇ ਉੱਪਰ ਸਾਨੂੰ ਕਾਮ, ਕ੍ਰੋਧ, ਮੋਹ, ਹੰਕਾਰ ਵਿਚਾਰ ਪੈਦਾ ਕਰਦੇ ਨੇ। ਸਾਡੇ ਅੰਦਰ ਲਹਿਰਾਂ ਪੈਦਾ ਹੁੰਦੀਆਂ ਨੇ। ਅਸੀਂ ਪਰਾਏ ਤਨ ਤੋਂ, ਪਰਾਏ ਧਨ ਤੋਂ ਆਕਰਸ਼ਿਤ ਹੁੰਦੇ ਹਾਂ। ਉਹ ਸਾਨੂੰ ਵਿਚਾਰ ਦਿੰਦੇ ਨੇ। ਅਸੀਂ ਉਹਨਾਂ ਦੇ ਵਿਚਾਰਾਂ ਨੂੰ ਗ੍ਰਹਿਣ ਕਰਕੇ ਮਨ ਤੌਰ ਤੇ ਉਹਨਾਂ ਦੇ ਮਗਰ ਲੱਗ ਜਾਂਦੇ ਹਾਂ। ਜਿਵੇਂ ਜਿਵੇਂ ਸਾਡਾ ਮਨ ਵਿਚਾਰਾਂ ਦੇ ਨਾਲ ਪਿਆਰ ਪਾਉਂਦਾ ਹੈ, ਤਿਵੇਂ ਤਿਵੇਂ ਸਾਡੇ ਮਨ ਦੀ ਸ਼ਾਂਤੀ ਭੰਗ ਹੁੰਦੀ ਜਾਂਦੀ ਹੈ। ਸਾਡੇ ਅੰਦਰਲਾ ਟਿਕਾਓ ਖਤਮ ਹੁੰਦਾ ਜਾਂਦਾ ਹੈ ਤੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ, ਵਿਚਾਰਾਂ ਦੇ ਵਿੱਚ ਦੌੜਨਾ ਸ਼ੁਰੂ ਕਰਦਾ ਹੈ, ਦੁਖੀ ਹੋਣਾ ਸ਼ੁਰੂ ਕਰਦਾ ਹੈ। ਇਸ ਕਰਕੇ ਇਹ ਜੋ ਮਾਇਆ ਦਾ ਵਿਚਾਰਾਂ ਦਾ ਰਸਤਾ ਹੈ, ਇਸ ਨੂੰ ਗੁਰੂ ਸਾਹਿਬਾਨ ਨੇ ਧਾਤ ਗੁਰਬਾਣੀ ਵਿੱਚ ਕਿਹਾ ਹੈ। ਜੋ ਸ਼ਬਦ ਦਾ ਰਸਤਾ ਹੈ, ਜੋ ਗੁਰਮੁਖਾਂ ਦਾ ਰਸਤਾ ਹੈ, ਉਸ ਨੂੰ ਲਿਵ ਕਿਹਾ ਹੈ। ਲਿਵ ਧਾਤ ਦੋਇ ਰਹਾ ਹੈ, ਹੁਕਮੀਕਾਰ ਕਮਾਏ। ਹੁਣ ਖੇਲ ਕਦੋਂ ਸ਼ੁਰੂ ਹੋਇਆ? ਜਦੋਂ ਰਸਤਾ ਬਦਲਿਆ, ਸ਼ਬਦ ਨਾਲੋਂ, ਨਾਮ ਨਾਲੋਂ ਲਿਵ ਟੁੱਟੀ, ਮਾਇਆ ਦੇ ਨਾਲ ਪਿਆਰ ਪੈਦਾ ਹੋਇਆ ਤੇ ਅਸੀਂ ਇਸ ਸੰਸਾਰ ਨੂੰ, ਇਸ ਜਗਤ ਨੂੰ ਸੱਚ ਸਮਝ ਲਿਆ ਕਿ ਜੋ ਦਿਸਦਾ ਹੈ ਇਹ ਸੱਚ ਹੈ। ਜੋ ਨਜ਼ਰ ਆ ਰਿਹਾ ਹੈ, ਜੋ ਨਾਸ਼ ਹੋਣ ਵਾਲਾ ਹੈ, ਇਸ ਨੂੰ ਅਸੀਂ ਆਪ ਦਾ ਸਮਝ ਲਿਆ। ਤੇ ਜੋ ਸਦਾ ਹੀ ਅੰਗ ਸੰਗੇ ਸੀ, ਹਰ ਵਕਤ ਸਵਾਸ ਦੇ ਕੇ ਜਿੰਦਾ ਰੱਖਦਾ ਸੀ, ਉਸ ਨੂੰ ਅਸੀਂ ਬਗਾਨਾ ਸਮਝ ਲਿਆ। ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਜਦੋਂ ਅਸੀਂ ਪਰਮਾਤਮਾ ਨੂੰ ਬਗਾਨਾ ਸਮਝ ਲਿਆ, ਪਰਮਾਤਮਾ ਦੇ ਨਾਮ ਨੂੰ ਦੂਸਰਾ ਸਮਝ ਲਿਆ ਤੇ ਮਾਇਆ ਨੂੰ ਆਪਦਾ ਕਰਕੇ ਜਾਣਨ ਲੱਗੇ, ਤੇ ਹੌਲੀ ਹੌਲੀ ਸਾਡੇ ਮਨ ਦੀ ਅਵਸਥਾ ਤ੍ਰੈ ਗੁਣਾਂ ਦੇ ਵਿੱਚ ਐਸੀ ਹੋਣ ਲੱਗੀ ਵੀ ਅਸੀਂ ਮਾਇਆ ਧਾਰੀ ਹੋ ਗਏ। ਮਾਇਆ ਧਾਰੀ ਹੋ ਕੇ ਸਾਡੇ ਮਨ ਦੇ ਵਿਚਾਰ ਵੱਧ ਗਏ, ਅਸੀਂ ਦੁਖੀ ਹੋਣ ਲੱਗੇ। ਇਸ ਅਵਸਥਾ ਵਿੱਚ ਸਾਡਾ ਰਸਤਾ ਜਦੋਂ ਇਹ ਧਾਤ ਦਾ ਚੱਲਿਆ, ਮਾਇਆ ਦਾ ਚੱਲਿਆ, ਅਸੀਂ ਸਵੇਰੇ ਉੱਠਣ ਤੋਂ ਬਾਅਦ ਇਸੇ ਹੀ ਰਸਤੇ ਤੇ ਚੱਲਦੇ, ਕਰਮ ਕਰਦੇ, ਕਰਮ ਤੋਂ ਵਿਹਲੇ ਹੋ ਕੇ ਪਰ ਤਨ ਦੀਆਂ ਵਿਚਾਰਾਂ ਕਰਦੇ, ਨਿੰਦਿਆ ਤੇ ਚੁਗਲੀਆਂ ਕਰਦੇ, ਅਸੀਂ ਇਸੇ ਨੂੰ ਦ੍ਰਿੜ ਕਰ ਲਿਆ। ਅਸੀਂ ਇੱਥੇ ਪਰਪੱਕ ਹੋ ਗਏ। ਜਦੋਂ ਅਸੀਂ ਇਸੇ ਤਰ੍ਹਾਂ ਚੱਲਦੇ ਗਏ, ਪਰਪੱਕਤਾ ਵਿੱਚ, ਦ੍ਰਿੜਤਾ ਵਿੱਚ ਇਸ ਨੂੰ ਲੈ ਗਏ, ਹੌਲੀ ਹੌਲੀ ਇਹ ਜੋ ਪਰਮਾਤਮਾ ਸੀ, ਸੱਚ, ਨਿਰਾਕਾਰ ਸਰੂਪ ਬ੍ਰਹਮ, ਇਹਨਾਂ ਨੇ ਦੇਖਿਆ ਕਿ ਬੱਚਾ ਹੁਕਮ ਤੋਂ ਆਕੀ ਹੋ ਗਿਆ ਹੈ। ਇਹਨਾਂ ਨੇ ਰਾਤ ਨੂੰ ਇਹ ਖੇਲ ਜੋ ਚਲਾਇਆ ਸੀ, ਦਿਵਸ ਰਾਤ ਦੋਇ ਦਾਈ ਦਾਇਆ, ਖੇਲ ਹੈ ਸਗਲ ਜਗਤ। ਇਹਨਾਂ ਨੇ ਕਾਲ ਨੂੰ ਹੁਕਮ ਕੀਤਾ ਕਿ ਬੱਚੇ ਨੂੰ, ਮਨ ਨੂੰ ਵਾਪਸ ਭੇਜ ਦਿਓ। ਕਾਲ ਨੇ ਹੁਕਮ ਮੰਨਿਆ, ਇਹ ਵਿਚਾਰਾਂ ਦਾ ਭਵ ਸਾਗਰ ਬੰਦ ਹੋ ਗਿਆ। ਅਸੀਂ ਇਸ ਮਾਇਆ ਵਿੱਚੋਂ ਨਿਕਲ ਕੇ ਆਪਦੇ ਘਰ ਚਲੇ ਗਏ। ਹੁਣ ਜੇ ਤਾਂ ਗੁਰਮੁਖ ਹੈ, ਉਸ ਦਾ ਘਰ ਜਾਣ ਦਾ ਰਸਤਾ ਉਹ ਵੱਖਰਾ ਹੋਵੇਗਾ। ਮਨਮੁਖ ਦਾ ਸੌਣ ਦਾ ਤਰੀਕਾ ਵੱਖਰਾ ਹੋਵੇਗਾ। ਗੁਰਮੁਖ ਦਾ ਇਧਰ ਵਿਚਰਨ ਦਾ ਢੰਗ ਵੱਖਰਾ ਹੋਵੇਗਾ।
ਮਨਮੁਖ ਦਾ ਜਾਗਣ ਦਾ ਢੰਗ ਵੱਖਰਾ ਹੋਵੇਗਾ। ਹੁਣ ਇਹਨਾਂ ਅਵਸਥਾਵਾਂ ਨੂੰ ਜੇ ਵਿਚਾਰਿਆ ਜਾਏ, ਦੇਖਣ ਨੂੰ ਗੁਰਮੁਖ ਅਤੇ ਮਨਮੁਖ ਦਾ ਬਾਹਰੀ ਤੌਰ ਤੇ ਕੋਈ ਫਰਕ ਨਹੀਂ ਹੈ। ਜਿਸ ਤਰ੍ਹਾਂ ਕਾਂ ਦਾ ਤੇ ਕੋਇਲ ਦਾ ਕੋਈ ਆਪਸ ਵਿੱਚ ਦੂਰੋਂ ਦੇਖੋਗੇ ਇੱਕ ਹੀ ਰੂਪ ਲੱਗਦੇ ਨੇ, ਪਰ ਇੱਕ ਦੀ ਭਾਸ਼ਾ ਬੜੀ ਸੁੱਖ ਦੇਣ ਵਾਲੀ ਹੈ, ਇੱਕ ਦੀ ਭਾਸ਼ਾ ਸੁਣ ਕੇ ਉਸ ਨੂੰ ਜੀਵ ਭਜਾਉਂਦੇ ਨੇ। ਗੁਰਮੁਖ ਦੇ ਬਚਨ ਸੁਣ ਕੇ ਮਨ ਨੂੰ ਸ਼ਾਂਤੀ ਆਉਂਦੀ ਹੈ, ਮਨਮੁਖ ਦੀ ਬੋਲਬਾਣੀ ਸੁਣ ਕੇ ਕ੍ਰੋਧ ਪੈਦਾ ਹੁੰਦਾ ਹੈ, ਅੰਦਰ ਅਸ਼ਾਂਤੀ ਪੈਦਾ ਹੁੰਦੀ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮੁਖ ਦੀ ਤੇ ਮਨਮੁਖ ਦੀ ਜਿਹੜੀ ਸਟੇਜਾਂ ਨੇ ਉਹ ਦੱਸੀਆਂ ਨੇ। ਗੁਰਮੁਖ ਜਾਗਰਤ ਅਵਸਥਾ ਵਿੱਚ ਹੈ, ਮਨਮੁਖ ਤ੍ਰੈ ਗੁਣਾਂ ਵਿੱਚ ਸੁੱਤਾ ਹੋਇਆ ਹੈ। ਗੁਰਮੁਖ ਦੀ ਅਵਸਥਾ ਹੈ ਸਹਿਜ, ਸਹਿਜ ਸਮਾਧ, ਸੁਨ ਸਮਾਧ। ਮਨਮੁਖ ਦੀ ਅਵਸਥਾ ਹੈ ਜਾਗਰਤ, ਸੁਪਨ ਤੇ ਸੁਖੋਪਤ। ਮਨਮੁਖ ਦੀ ਅਵਸਥਾ ਦੇ ਵਿੱਚ ਕੀ ਅਵਸਥਾ ਚੱਲਦੀ ਹੈ ਵੀ ਉਸ ਦੇ ਮਨ ਦੇ ਅੰਦਰ ਹਰ ਵਕਤ ਵਿਚਾਰ ਹੀ ਰਹਿੰਦੇ ਨੇ, ਕਿਉਂਕਿ ਮਨ ਮਾਇਆ ਨੂੰ ਦ੍ਰਿੜ ਕਰ ਚੁੱਕਿਆ ਹੈ, ਪੰਜਾਂ ਦਾ ਸਾਥੀ ਬਣ ਗਿਆ ਹੈ। ਉਹਨਾਂ ਨੇ ਇਸ ਨੂੰ ਆਪ ਦੇ ਮਗਰ ਲਾਇਆ ਹੋਇਆ ਹੈ, ਉਹ ਇਸ ਨੂੰ ਭਜਾ ਰਹੇ ਨੇ, ਇਹ ਭੱਜਾ ਫਿਰਦਾ ਹੈ। ਇਸ ਤਰ੍ਹਾਂ ਭਾਵੇਂ ਹੁਣ ਮਨਮੁਖ ਰਾਤ ਨੂੰ ਜਿਵੇਂ ਕਾਲ ਨੂੰ ਹੁਕਮ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ, ਨਿਰੰਕਾਰ ਨੇ, ਵੀ ਬੱਚੇ ਨੂੰ ਘਰ ਭੇਜੋ। ਮਨ ਭਾਵੇਂ ਘਰ ਚਲਾ ਵੀ ਜਾਏਗਾ, ਪਰ ਉੱਥੇ ਵੀ ਜਾ ਕੇ ਵਿਚਾਰ ਲਏਗਾ। ਉਹ ਹੁਣ ਆਪਾਂ ਦੇਖਾਂਗੇ ਕਿ ਉਸ ਦੀ ਕਿਸ ਤਰ੍ਹਾਂ ਹਾਲਤ ਇਹ ਕਾਲ ਦੇ ਦੇਸ਼ ਵਿੱਚੋਂ ਜਦੋਂ ਕੱਢਦੇ ਨੇ, ਉਹ ਕੀ ਕਰਦਾ ਹੈ, ਕੀ ਉਸ ਨਾਲ ਬੀਤਦੀ ਹੈ। ਪਰਮਾਤਮਾ ਨੇ ਹੁਕਮ ਕੀਤਾ ਕਾਲ ਨੂੰ ਵੀ ਆਪਦੇ ਇਸ ਭਵ ਸਾਗਰ ਦੇ ਖੇਲ ਨੂੰ ਬੰਦ ਕਰ ਦਿਓ ਤੇ ਮਨ ਨੂੰ ਆਜ਼ਾਦ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਬਾਣੀ ਵਿੱਚ ਹੁਕਮ ਹੈ, ਬਚਨ ਹੈ। ਤੇ ਭਵਜਲ ਨੂੰ ਕਾਲ ਨੇ ਕਿਵੇਂ ਬੰਦ ਕੀਤਾ ਮਹਾਰਾਜ ਦੱਸ ਰਹੇ ਨੇ ਆਪਾਂ ਨੂੰ। ਜਮ ਕਾਲ ਕਰ ਜੋੜ ਹੁਕਮ ਹੋਵੇ ਜੋ ਸੋ ਮੰਨੇ, ਭਵ ਸਾਗਰ ਬੰਦਿਓ ਸਿੱਖ ਤਰੇ ਸੁਪਰਸੰਨੇ। ਸਿੱਖ ਨੇ, ਮਨ ਨੇ, ਇੱਥੇ ਮਨ ਨੂੰ ਸਿੱਖ ਕਿਹਾ ਹੈ। ਇਸ ਨੇ ਭਵ ਸਾਗਰ ਨੂੰ ਪਾਰ ਕਰ ਜਾਣਾ ਹੈ, ਵਾਪਸ ਚਲਾ ਜਾਣਾ ਹੈ। ਤੇ ਇਸ ਮਾਇਆ ਦਾ ਜਿਹੜਾ ਮੁਖੀ ਹੈ ਕਾਲ, ਉਸ ਨੇ ਵਿਚਾਰਾਂ ਨੂੰ ਆਪ ਦੇ ਵਿੱਚ ਸਮੋ ਲੈਣਾ ਹੈ। ਜਦੋਂ ਕਾਲ ਵਿਚਾਰਾਂ ਨੂੰ ਇਸ ਸੁਣ ਵਿੱਚ ਸਮੋ ਲੈਂਦਾ ਹੈ, ਫਿਰ ਇੱਕ ਜੁਗਤੀ ਵਰਤਦਾ ਹੈ, ਕਿਉਂਕਿ ਵਿਚਾਰਾਂ ਦਾ ਜੋ ਇਹ ਖੇਲ ਹੈ ਇਹ ਪੌਣ ਤੋਂ ਚੱਲਦੇ ਨੇ। ਪੌਣ ਤੋਂ ਪਾਣੀ, ਪਾਣੀ ਤੋਂ ਅਗਨ, ਤੇ ਉਥੋਂ ਤਿੰਨ ਗੁਣ ਪੈਦਾ ਹੁੰਦੇ ਨੇ, ਰਜੋ, ਤਮੋ ਅਤੇ ਸਤੋ। ਕਾਲ ਨੇ ਵਿਧੀ ਵਰਤੀ, ਪੌਣ ਨੂੰ ਸਮ ਕਰ ਲਿਆ। ਪੌਣ ਦੇ ਸਮ ਹੋਣ ਦੇ ਨਾਲ ਤ੍ਰੈ ਗੁਣ ਜਿਹੜੇ ਨੇ ਉਹ ਖਤਮ ਹੋ ਗਏ। ਉਧਰੋਂ ਜੋ ਸੂਰਜ ਹੈ ਉਸ ਨੂੰ ਚੰਦਰਮਾ ਵਾਲੇ ਪਾਸੇ ਕਰ ਦਿੱਤਾ, ਜਿਸ ਦੇ ਨਾਲ ਇੱਕ ਪਾਸਾ ਖਾਲੀ ਹੋ ਗਿਆ। ਮਨ ਇਸ ਭਵ ਸਾਗਰ ਵਿੱਚੋਂ ਨਿਕਲ ਗਿਆ। ਜਦੋਂ ਇਸ ਤਨ ਵਿੱਚੋਂ ਨਿਕਲਿਆ, ਕੀ ਜੁਗਤੀ ਵਰਤੀ ਉਹ ਹੁਣ ਮਹਾਰਾਜ ਨੇ ਗੁਰਬਾਣੀ ਵਿੱਚ ਲਿਖ ਦਿੱਤੀ। ਰਜ ਤਮ ਸਤ ਕਾਲ ਸਮਾਵੇ, ਸਸਿਰ ਕੇ ਘਰ ਸੂਰ ਸਮਾਵੇ, ਜੋਗ ਜੁਗਤ ਕੀ ਕੀਮਤ ਪਾਵੇ। ਵਿਧੀ ਵਰਤੀ, ਕਾਲ ਦੇ ਦੇਸ਼ ਵਿੱਚੋਂ ਮਨ ਨਿਕਲ ਗਿਆ, ਪੌਣ ਨੂੰ ਛੱਡਿਆ ਹੈ। ਪੌਣ ਨੂੰ ਛੱਡਦਿਆਂ ਸਾਰ ਹੀ, ਇਸ ਭਵ ਸਾਗਰ ਵਿੱਚੋਂ ਨਿਕਲਦਿਆਂ ਸਾਰ ਹੀ ਅਗਲੇ ਪਾਸੇ ਸੁੰਨ ਆ ਗਈ। ਇਸ ਸੁੰਨ ਵਿੱਚ ਚਲਾ ਗਿਆ, ਇੱਥੋਂ ਨਿਕਲ ਗਿਆ ਭਵ ਸਾਗਰ ਵਿੱਚੋਂ, ਮਾਇਆ ਵਿੱਚੋਂ। ਇੱਥੋਂ ਕਾਲ ਨੇ ਇਸ ਨੂੰ ਕੱਢ ਦਿੱਤਾ ਹੈ, ਇੱਥੇ ਡਿੱਗ ਗਿਆ ਹੈ। ਇਹ ਉਹ ਸਟੇਜ ਹੈ, ਅਜੇ ਸੁਪਨਾ ਨਹੀਂ ਆਇਆ, ਪਰ ਸਰੀਰ ਨਾਲੋਂ, ਵਿਚਾਰਾਂ ਨਾਲੋਂ ਵੱਖ ਹੋ ਗਿਆ ਹੈ।
ਇੱਥੇ ਹੁਣ ਧਵਲ ਵੀ ਇਸ ਨੂੰ ਗੁਰਬਾਣੀ ਵਿੱਚ ਕਹਿ ਦਿੱਤਾ ਹੈ, ਜਿੱਥੇ ਜਾ ਕੇ ਉੱਪਰ ਦੀ ਜਿਸ ਤਰ੍ਹਾਂ ਧਰਤੀ ਦੇ ਵਿੱਚ ਸੈਂਟਰ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਏਰੀਆ ਆਉਂਦਾ ਹੈ ਵੀ ਜਦੋਂ ਤੁਸੀਂ ਧਰਤੀ ਨੂੰ ਪਾਰ ਕਰਕੇ ਦੂਸਰੇ ਗ੍ਰਹਿ ਤੇ ਜਾਣਾ ਚਾਹੁੰਦੇ ਹੋ, ਸੈਂਟਰ ਦੇ ਵਿੱਚ ਇੱਕ ਨਿਊਟਰਲ ਪੁਆਇੰਟ ਆਉਂਦੇ ਨੇ, ਜਿੱਥੇ ਜਾ ਕੇ ਇਹ ਧਰਤੀ ਦੀ ਖਿੱਚ ਖਤਮ ਹੋ ਜਾਂਦੀ ਹੈ। ਦੂਸਰੇ ਗ੍ਰਹਿ ਦੀ ਖਿੱਚ ਦੂਸਰੇ ਪਾਸੇ ਰਹਿ ਜਾਂਦੀ ਹੈ। ਸੈਂਟਰ ਵਿੱਚ ਸੁੰਨ ਏਰੀਆ ਹੈ, ਧਵਲ ਏਰੀਆ ਹੈ, ਜਿਸ ਨੂੰ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਚਨ ਵੀ ਵਰਤੇ ਨੇ, ਸੁਣੀਏ ਧਰਤ ਧਵਲ ਆਕਾਸ਼। ਉਹ ਧਵਲ ਵਾਲਾ ਏਰੀਆ ਇਹੀ ਆਪਣੇ ਅੰਦਰ ਵੀ ਚੱਲਦਾ ਹੈ ਖੇਲ, ਜੋ ਬਾਹਰ ਚੱਲਦਾ ਹੈ ਉਹੀ ਖੇਲ ਆਪਣੇ ਇਸ ਮਨ ਦੇ ਨਾਲ ਅੰਦਰ ਚੱਲਦਾ ਹੈ। ਹੁਣ ਅਸੀਂ ਇਸ ਧਰਤੀ ਦੀ ਖਿੱਚ ਵਿੱਚੋਂ, ਵਿਚਾਰਾਂ ਦੀ ਖਿੱਚ ਵਿੱਚੋਂ ਨਿਕਲ ਕੇ ਅਸੀਂ ਨਿਜ ਮਹਿਲ ਵਿੱਚ ਜਾ ਰਹੇ ਹਾਂ, ਸ਼ਬਦ ਮੰਡਲ ਵਿੱਚ ਜਾ ਰਹੇ ਹਾਂ। ਤੇ ਮਨਮੁਖ ਜਾਂਦਾ ਜਾਂਦਾ ਇੱਥੇ ਲਟਕ ਗਿਆ, ਇੱਥੇ ਸੈਂਟਰ ਵਿੱਚ ਰੁਕ ਗਿਆ। ਇਸ ਨੂੰ ਧਵਲ ਦਾ ਨਾਂ ਦੇ ਕੇ ਇਸ ਨੂੰ ਭਵਜਲ ਵੀ ਗੁਰਬਾਣੀ ਵਿੱਚ ਕਿਹਾ ਗਿਆ ਹੈ। ਐਸੀ ਅਵਸਥਾ ਵਿੱਚ ਚਲਾ ਗਿਆ, ਮਨਮੁਖ ਉਰਵਾਰ ਨਾ ਪਾਰ ਹੈ, ਅੱਧ ਬੀਚ ਲਪਟਾਏ। ਉਸ ਨੂੰ ਅੱਧ ਵਿੱਚ ਹੀ, ਸੁਣ ਵਿੱਚ ਹੀ ਉਹ ਰੁਕ ਗਿਆ। ਇੱਥੇ ਪਰਮਾਤਮਾ ਨੇ ਦੇਖਿਆ ਵੀ ਬੱਚਾ ਵਾਪਸ ਆ ਰਿਹਾ ਸੀ ਘਰ, ਪਰ ਪਹੁੰਚਿਆ ਨਹੀਂ, ਉਹ ਰਸਤੇ ਵਿੱਚ ਖੂਹ ਵਿੱਚ ਡਿੱਗ ਪਿਆ ਹੈ। ਮਾਲਕ ਆਪਦੇ ਬੱਚੇ ਦੇ ਬਚਾਉਣ ਵਾਸਤੇ ਇੱਥੇ ਉਸ ਨੂੰ ਸਮਝਾਉਣ ਲੱਗੇ ਕਿ ਜਿਹੜਾ ਤੇਰਾ ਮਨ ਹੁਣ ਇੱਥੇ ਡਿੱਗਿਆ ਹੈ ਭਵਜਲ ਦੇ ਵਿੱਚ, ਅੰਧਕੂਪ ਦੇ ਵਿੱਚ, ਸੁੰਨ ਦੇ ਵਿੱਚ, ਹੁਣ ਤਾਂ ਮੈਂ ਤੈਨੂੰ ਇੱਥੇ ਸ਼ਬਦ ਦਾ ਤੇ ਜੋਤ ਦਾ ਆਸਰਾ ਦੇ ਕੇ ਕੱਢ ਲਵਾਂਗਾ, ਪਰ ਜੇ ਇਹੀ ਹਾਲਤ ਤੇਰੀ ਅੰਤ ਸਮੇਂ ਰਹੀ, ਉਦੋਂ ਮੈਂ ਤੈਨੂੰ ਨਹੀਂ ਕੱਢਾਂਗਾ, ਉਦੋਂ ਤੈਨੂੰ ਜਮ ਪਕੜਨਗੇ। ਉਹ ਫਿਰ ਤੇਰੇ ਨਾਲ ਤਸ਼ੱਦਦ ਕਰਕੇ ਇੱਥੋਂ ਤੈਨੂੰ ਕੁੱਟ ਕੇ ਕੱਢਣਗੇ। ਇਸ ਕਰਕੇ ਤੂੰ ਇਹ ਸਿੱਖ ਲੈ ਵੀ ਕਿਸ ਤਰ੍ਹਾਂ ਤੈਨੂੰ ਮੈਂ ਇੱਥੋਂ ਕੱਢਦਾ ਹਾਂ। ਹੁਣ ਇੱਥੋਂ ਸ਼ਬਦ ਪ੍ਰਗਟ ਹੁੰਦਾ ਹੈ। ਉਸ ਵਕਤ ਮਾਲਕ ਸ਼ਬਦ ਦੀ ਧੁਨ ਉਹ ਮਨ ਨੂੰ ਪ੍ਰਗਟ ਕਰਦੇ ਨੇ, ਜੋਤ ਪ੍ਰਗਟ ਕਰਦੇ ਨੇ ਤੇ ਫਿਕਰ ਕਰਦੇ ਨੇ, ਉਸ ਦੀ ਖੂਹ ਵਿੱਚੋਂ ਕੱਢਣ ਲੱਗਿਆਂ ਚਿੰਤਾ ਕਰਦੇ ਨੇ ਵੀ ਆਉਂਦਾ ਆਉਂਦਾ ਇਹ ਰਸਤੇ ਵਿੱਚ ਅਟਕ ਗਿਆ ਹੈ। ਇਹ ਜੋ ਸਾਡੇ ਮਨ ਨਾਲ ਕਹਾਣੀ ਬੀਤਦੀ ਹੈ, ਗੁਰਮੁਖਾਂ ਨੇ ਉਹਨਾਂ ਨੂੰ ਸ਼ਬਦਾਂ ਵਿੱਚ ਲਿਖਿਆ ਹੈ। ਤੇ ਕੀ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬਚਨ ਕਰ ਰਹੇ ਨੇ ਗੁਰਬਾਣੀ ਵਿੱਚ, ਐਹਨਿਸ ਅੰਦਰਲੇ ਦੀਪਕ ਦੇ ਭਵਜਲ ਡੁੱਬਤ ਚਿੰਤ ਕਰੇ। ਉਹ ਸਾਡੀ ਚਿੰਤਾ ਕਰਦਾ ਹੈ, ਫਿਕਰ ਕਰਦਾ ਹੈ, ਰੋਜ਼ ਹੀ ਸਾਨੂੰ ਕੱਢਦਾ ਹੈ, ਪਰ ਅਕਲ ਤੋਂ ਅੰਨਾ ਮਨ ਉਸ ਨੂੰ ਦੇਖਣ ਦੀ ਬਜਾਏ, ਉਸ ਮੂਲ ਦਾ ਪਰਮਾਤਮਾ ਦਾ ਧੰਨਵਾਦ ਕਰਨ ਦੀ ਬਜਾਏ, ਹੁਣ ਇਹ ਇੱਥੋਂ ਨਿਕਲਿਆ, ਇੱਥੇ ਚਲਾ ਗਿਆ। ਇਹ ਮਨ ਕਾਲ ਦੇ ਦੇਸ਼ ਵਿੱਚੋਂ ਆਜ਼ਾਦ ਹੋ ਕੇ ਜਦੋਂ ਪਰਮਾਤਮਾ ਨੇ ਇਸ ਨੂੰ ਸ਼ਬਦ ਦੁਆਰਾ ਕੱਢਿਆ, ਇਹ ਇੱਥੇ ਚਲਾ ਗਿਆ, ਜਿਸ ਨੂੰ ਆਪਾਂ ਚੌਥਾ ਪਦ ਕਹਿੰਦੇ ਹਾਂ, ਜਿਸ ਨੂੰ ਆਪਾਂ ਨਿਜ ਘਰ ਗੁਰਬਾਣੀ ਵਿੱਚ ਕਹਿੰਦੇ ਹਾਂ। ਥਿਰ ਘਰ ਨਿਜ ਮਹਿਲ 10ਵਾਂ ਦਵਾਰ ਕਿਹਾ ਗਿਆ ਹੈ। ਸਹਿਜ ਗੁਫਾ ਵੀ ਸ਼ਬਦ ਵਰਤਿਆ ਗਿਆ ਹੈ। ਹੁਣ ਜਦੋਂ ਇਹ ਇੱਥੇ ਗਿਆ, ਇੱਧਰ ਪਰਮਾਤਮਾ ਹੈ, ਇਹ ਉਸਦੇ ਸਾਹਮਣੇ ਬੈਠਾ ਹੈ, ਪਰ ਉੱਥੇ ਵੀ ਇਸ ਨੇ ਪਰਮਾਤਮਾ ਦੇ ਨਾਲ ਗੱਲਬਾਤ ਨਹੀਂ ਕੀਤੀ, ਉਸ ਦਾ ਸ਼ੁਕਰਾਨਾ ਨਹੀਂ ਕੀਤਾ ਵੀ ਤੁਸੀਂ ਮੈਨੂੰ ਇਸ ਇਲਾਕੇ ਦੇ ਵਿੱਚੋਂ ਕੱਢ ਕੇ ਸਹੀ ਸਲਾਮਤ ਮੇਰੇ ਘਰ ਪਹੁੰਚਾ ਦਿੱਤਾ ਹੈ। ਇਹ ਉਹਨਾਂ ਦਾ ਧੰਨਵਾਦ ਕਰਨ ਦੀ ਬਜਾਏ, ਉਹਨਾਂ ਦਾ ਸ਼ੁਕਰਾਨਾ ਕਰਨ ਦੀ ਬਜਾਏ ਕੀ ਅਵਸਥਾ ਵਿੱਚ ਚਲਾ ਗਿਆ ਵੀ ਇਹਨਾਂ ਨੇ ਉਧਰ ਮੁੱਖ ਹੀ ਨਹੀਂ ਕੀਤਾ ਪਰਮਾਤਮਾ ਵੱਲ। ਹੁਣ ਬੈਠੇ ਆਮੋ ਸਾਹਮਣੇ ਹੀ ਨੇ, ਪਰ ਗੱਲ ਨਹੀਂ ਹੋ ਰਹੀ।
ਇੱਥੇ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਨੇ, ਤੂੰ ਹਉ ਪੂਤ ਤੇਰਾ, ਤੂੰ ਬਾਪ ਮੇਰਾ, ਏਕਾ ਠੌਰ ਦੋਹਾਂ ਬਸੇਰਾ, ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨ ਕਰਤੇ ਭਾਈ। ਵੀ ਹੈ ਤੇ ਪਿਓ ਤੇ ਪੁੱਤਰ ਦਾ ਰਿਸ਼ਤਾ, ਪਰ ਆਪਸ ਵਿੱਚ ਗੱਲਬਾਤ ਨਹੀਂ ਕਰ ਰਹੇ। ਕੀ ਕਾਰਨ ਹੈ? ਪੜਦਾ ਹੈ ਪਿਓ ਦੇ ਵਿੱਚ ਤੇ ਪੁੱਤਰ ਦੇ ਵਿੱਚ ਇੱਕ ਪੜਦਾ ਹੈ। ਉਹ ਪੜਦਾ ਪੈਣ ਕਰਕੇ ਆਪ ਦੇ ਪਿਤਾ ਦੇ ਦਰਸ਼ਨ ਨਹੀਂ ਇਸ ਨੂੰ ਹੋ ਰਹੇ। ਇਸ ਦੇ ਭਾਗ ਹੀ ਮੰਦੇ ਨੇ। ਸਤਿਗੁਰੂ ਹਮੇਸ਼ਾ ਹੀ ਹਾਜ਼ਰ ਨਾਜ਼ਰ ਹੈ, ਸਾਹਮਣੇ ਹੈ, ਪਰ ਇਸ ਨੂੰ ਨਜ਼ਰ ਨਹੀਂ ਆ ਰਿਹਾ। ਇਸ ਦੀ ਉਹ ਹਾਲਤ ਹੈ ਜਿਸ ਤਰ੍ਹਾਂ ਇੱਕ ਦਰਿਆ ਪਾਰ ਕਰਨ ਵਾਲਾ ਜੀਵ ਬੇੜੇ ਤੇ ਸਵਾਰ ਹੋ ਕੇ, ਜਹਾਜ਼ ਤੇ ਸਵਾਰ ਹੋ ਕੇ ਉਸ ਨੂੰ ਪਾਰ ਕਰਨ ਦੀ ਬਜਾਏ ਸਿੱਧਾ ਹੀ ਦਰਿਆ ਦੇ ਵਿੱਚ ਛਾਲ ਮਾਰ ਦੇ। ਇਹ ਉਹ ਅਵਸਥਾ ਵਿੱਚ ਹੈ ਵੀ ਇਸ ਨੂੰ ਨਿਕਟ ਨਹੀਂ ਦਿਸਦਾ। ਨੇੜੇ ਹੁੰਦਾ ਹੋਇਆ ਉਹ ਸੱਜਣ, ਉਹ ਇਸ ਨੂੰ ਨਜ਼ਰ ਨਹੀਂ ਆ ਰਿਹਾ ਤੇ ਦੁਖੀ ਹੁੰਦਾ ਹੈ ਸੁਪਨੇ ਦੇ ਵਿੱਚ ਵੀ। ਇਹ ਅਵਸਥਾ ਨੂੰ ਗੁਰਬਾਣੀ ਵਿੱਚ ਮਹਾਰਾਜ ਬਚਨ ਕਰਦੇ ਨੇ, ਬਿਨ ਭਾਗਾਂ ਸਤਿਗੁਰ ਨਾ ਮਿਲੇ। ਘਰ ਬੈਠਾ ਘਰ ਦੇ ਵਿੱਚ ਹੀ ਹੈ, ਨਿਕਟ ਨਿਤ ਪਾਸ, ਅੰਤਰ ਅਗਿਆਨ ਦੁਖ ਭਰਮ ਹੈ, ਵਿੱਚ ਪੜਦਾ ਦੂਰ ਪਿਆਸ। ਮਨਮੁਖ ਦੀ ਅਵਸਥਾ ਦੱਸ ਰਹੇ ਨੇ। ਬਿਨ ਸਤਿਗੁਰੂ ਤੋਂ ਬਿਨਾ, ਇਹ ਹੁਣ ਨਾਮ ਤੋਂ ਬਿਨਾ, ਇਹ ਉਸ ਲੋਹੇ ਦੀ ਤਰ੍ਹਾਂ ਹੈ ਜਿਹੜਾ ਦਰਿਆ ਦੇ ਵਿੱਚ ਡੁੱਬ ਗਿਆ ਹੈ। ਮਨਮੁਖ ਲੋਹ ਬੁੱਢਾ ਬੇੜੀ ਪਾਸ। ਇਸ ਕਰਕੇ ਇਹ ਸਾਹਮਣੇ ਬੈਠਾ ਹੈ, ਮਨ ਕਰਕੇ ਧਿਆਨ ਕਰਕੇ ਅਸੀਂ ਸਰੀਰ ਤੋਂ ਵੱਖ ਹੋ ਗਿਆ ਹੈ। ਮਨਮੁਖ ਦੀ ਗੱਲ ਕਰ ਰਹੇ ਨੇ। ਇਸ ਨੇ ਪਰਮਾਤਮਾ ਨੂੰ ਨਹੀਂ ਦੇਖਿਆ। ਜੋਤ ਇਸ ਦੇ ਕੋਲ ਹੈ, ਨਜ਼ਰ ਇਸ ਨੂੰ ਆ ਰਿਹਾ ਹੈ, ਪਰ ਇਸ ਦਾ ਧਿਆਨ ਕਿਸੇ ਹੋਰ ਪਾਸੇ ਹੈ। ਉਸ ਅਵਸਥਾ ਵਿੱਚ ਇਸ ਨੇ ਉਧਰ ਦੇਖਣ ਦੀ ਬਜਾਏ ਇਸ ਨੇ ਥੱਲੇ ਦੇਖਣਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਇਹ ਉੱਪਰੋਂ ਥੱਲੇ ਨੂੰ ਦੇਖਦਾ ਹੈ, ਇਹ ਜੋ ਸੰਸਾਰ ਹੈ, ਤ੍ਰਿਲੋਕੀ ਹੈ, ਇਹ ਇਸ ਦੀ ਸਮਾਧੀ ਵਿੱਚ ਆ ਜਾਂਦੀ ਹੈ। ਇੱਥੇ ਗੁਰਬਾਣੀ ਵਿੱਚ ਦੱਸਿਆ ਹੈ, ਇਸ ਨੂੰ ਗਗਨ ਕਹਿੰਦੇ ਨੇ, 10ਵੇਂ ਦੁਆਰ ਨੂੰ। ਇਸ ਨੂੰ ਤ੍ਰਿਲੋਕੀ ਕਹਿਤਾ ਹੈ। 3 ਤ੍ਰਿਲੋਕ ਸਮਾਧ ਪਲੋਵ ਹੈ। ਇਹ ਸਮਾਧੀ ਦੇ ਵਿੱਚ ਹੈ। ਜਦੋਂ ਉਧਰ ਚਲਾ ਗਿਆ, ਗਗਨ ਨਿਵਾਸ ਸਮਾਧ ਲਗਾਵੇ। ਹੁਣ ਉੱਥੇ ਗੁਰਮੁਖ ਤਾਂ ਸਨਮੁਖ ਹੋਏਗਾ, ਉਸ ਦੀ ਅਵਸਥਾ ਵੱਖਰੀ ਹੈ, ਪਰ ਇਸ ਨੇ ਥੱਲੇ ਦੇਖਣਾ ਸ਼ੁਰੂ ਕਰ ਦਿੱਤਾ ਤੇ ਉਧਰ ਸ਼ਬਦ ਨੂੰ ਛੱਡਿਆ, ਨਾਮ ਨੂੰ ਛੱਡ ਕੇ ਜਦੋਂ ਥੱਲੇ ਦੇਖਣ ਲੱਗਾ, ਸੁਪਨੇ ਵਿੱਚ ਚਲਾ ਗਿਆ। ਹੁਣ ਦੇਖਦਾ ਹੋਇਆ ਫਿਰ ਹੇਠਾਂ ਉਤਰ ਗਿਆ। ਹੇਠਾਂ ਹੁਣ ਇੱਥੇ ਆ ਗਿਆ ਹੈ ਆਕਾਸ਼ ਤੱਤ ਦੇ ਵਿੱਚ। ਜਦੋਂ ਇਹ ਆਕਾਸ਼ ਤੱਤ ਦੇ ਵਿੱਚ ਆਇਆ, ਇੱਥੇ ਇਸ ਨੂੰ ਆਪ ਦੇ ਸੰਗੀ ਸਾਥੀ ਨਜ਼ਰ ਆਉਣ ਲੱਗੇ, ਜਿਹੜੇ ਉਸ ਮੌਕੇ ਤੇ ਜਾਂ ਪਿਛਲੇ ਜਨਮਾਂ ਦੇ ਵਿੱਚ ਜਿਨ੍ਹਾਂ ਦੇ ਨਾਲ ਇਸ ਦਾ ਸੰਜੋਗ ਰਿਹਾ ਸੀ। ਉਹਨਾਂ ਨੂੰ ਦੇਖ ਕੇ ਉਹਨਾਂ ਦੀ ਪਛਾਣ ਕਰਦਾ ਹੋਇਆ ਉਹਨਾਂ ਦੇ ਨਾਲ ਗੱਲਾਂ ਕਰਨ ਲੱਗਾ। ਤੇ ਇਹ ਉਹ ਅਵਸਥਾ ਹੈ ਜਿਸ ਨੂੰ ਫਿਰ ਇਸ ਨੇ ਸਵੇਰੇ ਉੱਠ ਕੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਮੈਨੂੰ ਰਾਤ ਸੁਪਨਾ ਆਇਆ ਸੀ। ਸੁਪਨੇ ਦੇ ਵਿੱਚ ਮੇਰਾ ਝਗੜਾ ਹੋ ਗਿਆ, ਸੁਪਨੇ ਦੇ ਵਿੱਚ ਲੜਾਈ ਹੋ ਗਈ,
ਉਸ ਅਵਸਥਾ ਵਿੱਚ ਇਸਨੇ ਸੁਪਨੇ ਦੀ ਗੱਲ ਇੱਧਰ ਆ ਕੇ ਕਰਨੀ ਸ਼ੁਰੂ ਕੀਤੀ ਵੀ ਮੈਨੂੰ ਰਾਤ ਨੂੰ ਸੁਪਨੇ ਆਉਂਦੇ ਨੇ, ਸੁਪਨੇ ਬੜੇ ਆਉਂਦੇ ਨੇ। ਹੁਣ ਮਹਾਰਾਜ ਨੇ ਦੱਸਿਆ ਵੀ ਜਿਸ ਨੂੰ ਤੁਸੀਂ ਸੁਪਨਾ ਕਹਿ ਰਹੇ ਹੋ, ਇੱਧਰ ਆ ਕੇ ਗੁਰੂ ਕੋਲ ਜਾਓ, ਸਾਧੂਆਂ ਕੋਲ ਜਾਓ, ਉਹ ਤੁਹਾਨੂੰ ਦੱਸਣਗੇ ਵੀ ਜਿਸ ਨੂੰ ਤੁਸੀਂ ਸੁਪਨਾ ਸਮਝ ਰਹੇ ਸੀ, ਉੱਥੇ ਤੁਸੀਂ ਆਪਦੇ ਮਾਤਾ ਪਿਤਾ ਦੇ ਸੱਚ ਦੇ ਸਨਮੁਖ ਬੈਠੇ ਸੀ। ਜਿਸ ਨੂੰ ਤੁਸੀਂ ਸੱਚ ਸਮਝਦੇ ਹੋ, ਸੰਸਾਰ ਨੂੰ, ਇਹ ਮਿਥਿਆ ਸੀ, ਇਹ ਤਾਂ ਤੁਹਾਨੂੰ ਛਡਾਇਆ ਸੀ ਰਾਤ ਨੂੰ, ਪਰ ਤੁਸੀਂ ਨਹੀਂ ਸਮਝੇ। ਤੁਸੀਂ ਸੱਚ ਨੂੰ ਦੇਖਣ ਦੀ ਬਜਾਏ, ਸ਼ਬਦ ਨੂੰ ਸੁਣਨ ਦੀ ਬਜਾਏ ਤੁਸੀਂ ਸੁਪਨੇ ਵਿੱਚ ਚਲੇ ਗਏ ਤੇ ਸੁਪਨੇ ਵਿੱਚ ਤੁਸੀਂ ਵਿਚਾਰਾਂ ਵਿੱਚ ਆ ਗਏ। ਇਹਦੇ ਨਾਲੋਂ ਤਾਂ ਅੱਛਾ ਸੀ ਵੀ ਉੱਥੇ ਬੈਠੇ ਰਹਿੰਦੇ, ਮਾਲਕ ਦੇ ਨੇੜੇ ਤਾਂ ਬੈਠੇ ਸੀ, ਭਾਵੇਂ ਆਪਸ ਵਿੱਚ ਵਿਚਾਰ ਵਟਾਂਦਰਾ ਨਹੀਂ ਸੀ ਹੋ ਰਿਹਾ, ਪਰ ਸਵਾਸ ਤਾਂ ਜਮ੍ਹਾਂ ਹੋ ਰਹੇ ਸੀ, ਲਾਹਾ ਤਾਂ ਮਿਲ ਰਿਹਾ ਸੀ, ਸੰਗਤ ਵਿੱਚ ਤਾਂ ਬੈਠੇ ਸੀ ਮਾਲਕ ਦੀ। ਪਰ ਤੁਸੀਂ ਉੱਥੋਂ ਉੱਠ ਕੇ ਇੱਥੇ ਆ ਗਏ ਤੇ ਹੁਣ ਤੁਸੀਂ ਦੁਖੀ ਹੋ ਰਹੇ ਹੋ ਵੀ ਹੁਣ ਦੁਬਾਰਾ ਉਹ ਕਿਹੜਾ ਸਮਾਂ ਮਿਲੇ ਸਾਨੂੰ ਉਸਦੇ ਦਰਸ਼ਨ ਹੋਣ। ਉਹ ਤਾਂ ਤੁਹਾਨੂੰ ਰੋਜ਼ ਬੁਲਾ ਰਿਹਾ ਹੈ, ਪਰ ਤੁਸੀਂ ਨਹੀਂ ਉਸ ਨੂੰ ਦੇਖ ਰਹੇ। ਤੇ ਕੈਸੀ ਅਵਸਥਾ ਵਿੱਚ ਉਹ ਤੁਸੀਂ ਚਲੇ ਗਏ। ਜਾਗਣ ਤੇ ਸੁਪਨਾ ਭਲਾ, ਵਸੀਏ ਪ੍ਰਭ ਕੇ ਸੰਗ, ਕਬ ਦੇਖੋ ਪ੍ਰਭ ਆਪਣਾ ਆਤਮ ਕੇ ਰੰਗ। ਜਿਸ ਪਰਮਾਤਮਾ ਨੂੰ, ਜਿਸ ਸੱਚ ਨੂੰ, ਜਿਸ ਦੇ ਸਰੂਪ ਨੂੰ ਹੀ ਤੁਸੀਂ ਭੁੱਲ ਗਏ ਹੋ, ਇਹ ਰੋਜ਼ ਦਾ ਰੋਜ਼ ਹੁਣ ਉਹ ਤੁਹਾਨੂੰ ਕੱਢਦੇ ਨੇ। ਤੁਸੀਂ ਫਿਰ ਆਉਂਦੇ ਹੋ, ਫਿਰ ਮਾਇਆ ਕਾਲ ਤੁਹਾਨੂੰ ਉਲਝਾ ਲੈਂਦਾ ਹੈ, ਤੁਸੀਂ ਉਲਝ ਜਾਂਦੇ ਹੋ। ਇਹ ਤਾਂ ਹੈ ਸੁਪਨੇ ਦੀ ਵਿਚਾਰ, ਜਿਸ ਨੂੰ ਮਨਮੁਖ ਸੁਪਨਾ ਕਹਿੰਦਾ ਹੈ। ਗੁਰਮੁਖਾਂ ਨੇ ਦੱਸਿਆ ਵੀ ਸੁਪਨੇ ਦੇ ਵਿੱਚ ਮਨਮੁਖ ਦੀ ਹਾਲਤ ਚੱਲਦੀ ਹੈ ਵਿਚਾਰਾਂ ਦੀ। ਗੁਰਮੁਖ ਉੱਥੇ ਸੁਨ ਸਮਾਧ ਵਿੱਚ ਜਾ ਕੇ ਨਿਰੰਕਾਰ ਦੇ ਸਨਮੁਖ ਹੋ ਜਾਂਦੇ ਨੇ। ਤੇ ਕੀ ਅਵਸਥਾ ਵਿੱਚ ਗੁਰਮੁਖਾਂ ਨੇ ਇੱਥੇ ਵਿਚਾਰ ਕੀਤੀ? ਜਦੋਂ ਪਤਾ ਲੱਗਾ, ਦੇਖ ਰਹੇ ਸੀ ਸੰਸਾਰ ਨੂੰ ਸੱਚ ਕਰਕੇ, ਉਹਨਾਂ ਨੇ ਦਿਖਾ ਦਿੱਤਾ ਵੀ ਸੰਸਾਰ ਇੱਕ ਸੁਪਨਾ ਹੈ। ਇਹ ਜਗ ਸੁਪਨਾ ਬਾਜੀ ਬਣੀ, ਖਿਨ ਮਹਿ ਖੇਲ ਖਿਲਾਏ, ਸੰਜੋਗੀ ਮਿਲੇ ਏਕ ਸੇ, ਵਿਜੋਗੀ ਉੱਠ ਜਾਏ। ਉਹਨਾਂ ਨੇ ਦੱਸ ਦਿੱਤਾ ਵੀ ਇਹ ਸੰਸਾਰ ਸੁਪਨਾ ਹੈ ਤੇ ਜਿੱਥੇ ਤੁਸੀਂ ਜਾਂਦੇ ਹੋ ਉਹ ਸੱਚ ਹੈ। ਤੇ ਉਥੋਂ ਦੀ ਅਵਸਥਾ ਉਹਨਾਂ ਨੇ ਦੱਸੀ, ਉੱਥੇ ਕੀ ਕਰਨਾ ਹੈ। ਕਿਉਂਕਿ ਇੱਕ ਸਵਾਲ ਗੁਰਮੁਖਾਂ ਦਾ ਆਇਆ ਸੀ ਵੀ ਕੁਝ ਜੀਵ ਆਪਣਾ ਜਦੋਂ ਅੰਤਰ ਧਿਆਨ ਹੁੰਦੇ ਨੇ, ਮੈਡੀਟੇਸ਼ਨ ਕਰਦੇ ਨੇ, ਉਹ ਆਪਣੇ ਵਿਚਾਰਾਂ ਨੂੰ ਫੋਲੋ ਕਰਦੇ ਨੇ। ਰਾਤ ਨੂੰ ਸੌਣ ਲੱਗਿਆਂ ਉਹ ਹੌਲੀ ਹੌਲੀ ਆਪਦੇ ਮਨ ਵੱਲ ਧਿਆਨ ਕਰਦੇ ਨੇ ਵੀ ਇਹ ਹੁਣ ਕਿਹੜੇ ਵਿਚਾਰਾਂ ਵਿੱਚ ਜਾਂਦਾ ਹੈ। ਹੌਲੀ ਹੌਲੀ ਉਹ ਸੁਪਨੇ ਵਿੱਚ ਜਾ ਕੇ ਫਿਰ ਸੁਪਨਿਆਂ ਦੀ ਖੋਜ ਕਰਨੀ ਸ਼ੁਰੂ ਕਰ ਦਿੰਦੇ ਨੇ ਵੀ ਹੁਣ ਕਿਹੜੇ ਸੁਪਨੇ ਆ ਰਹੇ ਨੇ। ਉਸ ਅਵਸਥਾ ਵਿੱਚ ਕੁਝ ਜੀਵ ਇਸ ਤਰ੍ਹਾਂ ਉਸ ਸੁਪਨੇ ਦੀ ਖੋਜ ਵਿੱਚ ਚੱਲੇ ਹੋਏ ਨੇ ਵੀ ਸੁਪਨੇ ਵਿੱਚ ਜਾ ਕੇ ਵਿਚਾਰਾਂ ਵਿੱਚ ਜੋ ਮਨ ਦੌੜਦਾ ਹੈ ਉਹ ਦੇਖੇ ਜਾਣ ਵੀ ਕਿਹੜੇ ਵਿਚਾਰ ਆਉਂਦੇ ਨੇ, ਵੀ ਉੱਥੋਂ ਸ਼ਾਇਦ ਕੋਈ ਮਿਲੇਗਾ ਪੁਆਇੰਟ ਵੀ ਪਰਮਾਤਮਾ ਦੇ ਨੇੜੇ ਹੋਇਆ ਜਾ ਸਕੇਗਾ। ਪਰ ਜਦੋਂ ਅਸੀਂ ਗੁਰਮਤਿ ਵਿੱਚ ਆਉਂਦੇ ਹਾਂ, ਗੁਰਬਾਣੀ ਵਿੱਚ ਦੀ ਵਿਚਾਰ ਵਿੱਚ ਇਸ ਨੂੰ ਲੈ ਕੇ ਚੱਲਾਂਗੇ। ਤੇ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ ਵੀ ਸੁਪਨੇ ਵਿੱਚ ਤੁਸੀਂ ਵਿਚਾਰਾਂ ਵੱਲ ਧਿਆਨ ਨਹੀਂ ਦੇਣਾ, ਤੁਸੀਂ ਧਿਆਨ ਦੇਣਾ ਹੈ ਸ਼ਬਦ ਵਾਲੇ ਪਾਸੇ, ਤੁਸੀਂ ਧਿਆਨ ਦੇਣਾ ਹੈ ਸੱਚ ਵਾਲੇ ਪਾਸੇ। ਪਰ ਉਹ ਅਸੀਂ ਤਾਂ ਦੇ ਸਕਾਂਗੇ ਜੇ ਅਸੀਂ ਗੁਰਮੰਤਰ ਦਾ ਅਭਿਆਸ ਕੀਤਾ ਹੋਏਗਾ, ਜੇ ਅਸੀਂ ਗੁਰਮਤਿ ਨੂੰ ਦ੍ਰਿੜ ਕੀਤਾ ਹੋਏਗਾ। ਨਹੀਂ ਤਾਂ ਸੁਪਨੇ ਵਿੱਚ ਅਸੀਂ ਵਿਚਾਰਾਂ ਵਿੱਚ ਆ ਜਾਵਾਂਗੇ, ਸਾਡੀ ਹੌਲੀ ਹੌਲੀ ਨੀਂਦ ਉੱਡ ਜਾਏਗੀ,
ਸਾਡਾ ਸਰੀਰ ਲੋਡ ਮੰਨਣਾ ਸ਼ੁਰੂ ਕਰ ਦੇਗਾ। ਦਿਨ ਦੇ ਸਮੇਂ ਫਿਰ ਅਸੀਂ ਵਿਚਾਰਾਂ ਵਿੱਚ ਅਪਸੈਟ ਹੋਣਾ ਸ਼ੁਰੂ ਹੋ ਜਾਵਾਂਗੇ। ਇਸ ਤਰ੍ਹਾਂ ਬਹੁਤ ਸਾਰੇ ਜੀਵਾਂ ਨਾਲ ਹੋ ਰਿਹਾ ਹੈ ਵੀ ਧਿਆਨ ਵਿੱਚ ਜਾ ਕੇ ਉਹ ਵਿਚਾਰਾਂ ਵਿੱਚ ਹੀ ਖੋਜ ਕਰਦੇ ਨੇ, ਜਿਸ ਕਰਕੇ ਉਹਨਾਂ ਦੀ ਨੀਂਦ ਘਟਦੀ ਜਾਂਦੀ ਹੈ, ਧਿਆਨ ਵਿਚਾਰਾਂ ਵਿੱਚ ਰਹਿੰਦਾ ਹੈ ਤੇ ਸਰੀਰ ਦਾ ਜੋ ਸੰਤੁਲਨ ਹੈ ਤੱਤਾਂ ਦਾ ਉਹ ਵਿਗੜ ਜਾਂਦਾ ਹੈ, ਉਹ ਅਪਸੈਟ ਹੋ ਜਾਂਦੇ ਨੇ। ਸੋ ਉਹਨਾਂ ਨੂੰ ਵੀ ਬੇਨਤੀ ਹੈ, ਉਹਨਾਂ ਨੇ ਇਸ ਧਿਆਨ ਨੂੰ ਸ਼ਬਦ ਤੇ ਟਿਕਾਉਣਾ ਹੈ। ਜੋ ਗੁਰੂ ਦੇ ਸ਼ਬਦ ਦੀ ਧੁਨ ਤੋਂ ਲੈ ਕੇ ਅੰਦਰ ਧੁਨ ਪੈਦਾ ਹੋ ਰਹੀ ਹੈ, ਉਸ ਧੁਨ ਵਿੱਚ ਧਿਆਨ ਲਾਉਣਾ ਹੈ। ਪਹਿਲਾਂ ਵਾਹਿਗੁਰੂ ਸ਼ਬਦ ਦੀ ਧੁਨ ਵਿੱਚ ਧਿਆਨ, ਫਿਰ ਅਨਹਦ ਧੁਨ ਵਿੱਚ ਧਿਆਨ, ਫਿਰ ਜਿੱਥੋਂ ਉਹ ਅਨਹਦ ਧੁਨ ਪੈਦਾ ਹੋ ਰਹੀ ਹੈ ਉਸ ਨਿਰੰਕਾਰ ਬ੍ਰਹਮ ਦੇ ਉੱਪਰ ਧਿਆਨ। ਤੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਗੁਰਮੁਖ ਸਮਝਾਉਂਦੇ ਨੇ ਆਪਾਂ ਨੂੰ ਗੁਰਬਾਣੀ ਦੇ ਵਿੱਚ, ਸਾਧ ਸਰਣ ਚਰਨ ਚਿਤ ਲਾਇਆ, ਸੁਪਨ ਕੀ ਬਾਤ ਸੁਣੀ, ਪੇਖੀ ਸੁਪਨਾ ਨਾਮ ਮੰਤਰ ਸਤਿਗੁਰੂ ਦ੍ਰਿੜਾਇਆ। ਗੁਰਮੁਖਾਂ ਨੇ ਭੇਜ ਦਿੱਤਾ, ਨਾਮ ਮੰਤਰ ਨੂੰ ਦ੍ਰਿੜ ਕਰਨਾ ਹੈ। ਇਸ ਮੰਤਰ ਨੂੰ ਦ੍ਰਿੜ ਕਰਨਾ ਹੈ ਜਿਸ ਨੂੰ ਅੱਗੇ ਚੱਲ ਕੇ ਉਹਨਾਂ ਨੇ ਬੀਜ ਮੰਤਰ ਵੀ ਕਿਹਾ ਹੈ, ਇਸ ਨੂੰ ਹਰ ਤੱਤ ਵੀ ਕਿਹਾ ਹੈ। ਇੱਥੇ ਅਨਹਦ ਧੁਨ ਚੱਲੇਗੀ ਜਦੋਂ ਅਸੀਂ ਪਾਉਣ ਤੋਂ ਵੱਖ ਹੋ ਕੇ ਸਹਿਜ ਵਿੱਚ ਚਲੇ ਗਏ, ਦੇਹ ਨੂੰ ਛੱਡ ਗਏ। ਉੱਥੇ ਸਾਡਾ ਮਨ ਜੇ ਅੰਦਰਲੀ ਧੁਨ ਨਾਲ ਜੁੜੇਗਾ, ਸ਼ਬਦ ਨਾਲ ਜੁੜੇਗਾ, ਫਿਰ ਜੋ ਸੁਪਨਾ ਸੀ ਉਹ ਸੁਪਨਾ ਖਤਮ ਹੋ ਜਾਏਗਾ ਤੇ ਸੁਪਨੇ ਵਿੱਚੋਂ ਹੀ ਸ਼ਬਦ ਦੁਆਰਾ ਅਸੀਂ ਜਾਗਰਤ ਅਵਸਥਾ ਵਿੱਚ ਆ ਕੇ ਬ੍ਰਹਮ ਦੇ ਸਨਮੁਖ ਹੋ ਜਾਵਾਂਗੇ। ਇਸ ਤਰ੍ਹਾਂ ਇੱਕ ਗੁਰਬਾਣੀ ਵਿੱਚ ਭਾਈ ਗੁਰਦਾਸ ਜੀ ਬਚਨ ਕਰਦੇ ਨੇ। ਉਹਨਾਂ ਦੱਸਿਆ ਵੀ ਜਦੋਂ ਅਸੀਂ ਸਹਿਜ ਵਿੱਚ ਗਏ, ਉਨਮਨ ਦੇ ਵਿੱਚ ਗਏ, ਉਨਮਨ ਦੇ ਵਿੱਚ ਜਾ ਕੇ ਸਾਡੀ ਜੋ ਲਿਵ ਹੈ ਉਹ ਸ਼ਬਦ ਨਾਲ ਜੁੜ ਗਈ। ਜਦੋਂ ਸਾਡੀ ਲਿਵ ਉਸ ਪਰਮਾਤਮਾ ਵੱਲ ਜੁੜੀ, ਸੱਚ ਵੱਲ ਜੁੜੀ, ਸਾਨੂੰ ਉਹਨਾਂ ਦੇ ਦਰਸ਼ਨ ਹੋਏ, ਨਿਰੰਕਾਰ ਦੇ ਪਰਮਾਤਮਾ ਦੇ। ਉਹ ਪਰਮਾਤਮਾ ਇਸ ਮਨ ਦੇ ਨਿਜ ਘਰ ਦੇ ਵਿੱਚ ਉਹ ਆਏ, ਪ੍ਰਗਟ ਹੋਏ ਤੇ ਉਹਨਾਂ ਨੇ ਥੋੜਾ ਚਿਰ ਅਜੇ ਝਲਕਾਰਾ ਹੀ ਪਿਆ ਸੀ, ਉੱਧਰ ਥੋੜੀ ਜਿਹੀ ਅਜੇ ਦਰਸ਼ਨਾਂ ਦੀ ਝਲਕ ਹੀ ਪਈ ਸੀ। ਉਹਨਾਂ ਚਿਰ ਨੂੰ ਮਨ ਫਿਰ ਇੱਧਰ ਆ ਗਿਆ, ਮਾਇਆ ਨੇ ਦੇ ਦੇਸ਼ ਦੇ ਵਿੱਚ ਪ੍ਰਵੇਸ਼ ਕਰ ਗਿਆ ਤੇ ਉਹੀ ਜੋ ਥੋੜਾ ਜਿਹਾ ਰਸ ਉਸ ਦੇ ਦਰਸ਼ਨਾਂ ਦਾ ਉਹਨਾਂ ਨੂੰ ਅਨੁਭਵ ਹੋਇਆ। ਉਹ ਕਾਲ ਦੇ ਦੇਸ਼ ਵਿੱਚ ਜਦੋਂ ਆਏ, ਵਿਚਾਰਾਂ ਵਿੱਚ ਜਦੋਂ ਆਏ, ਉਹ ਇਸ ਤਰ੍ਹਾਂ ਧਿਆਨ ਟੁੱਟ ਗਿਆ ਜਿਸ ਤਰ੍ਹਾਂ ਇੱਕ ਪਾਣੀ ਦੇ ਵਿੱਚੋਂ ਮੱਛੀ ਨੂੰ ਕੱਢ ਕੇ ਤੁਸੀਂ ਧਰਤੀ ਤੇ ਸੁੱਟ ਦਿਓ, ਉਹ ਕਿਵੇਂ ਤੜਫਦੀ ਹੈ। ਐਸੀ ਅਵਸਥਾ ਵਿੱਚ ਉਹ ਚਲੇ ਗਏ। ਉਹ ਸ਼ਬਦ ਆਪਦੀ ਬਾਣੀ ਦੇ ਵਿੱਚ ਉਸ ਨੂੰ ਬਚਨ ਨੂੰ ਦਰਜ ਕਰਦੇ ਨੇ ਵੀ ਕਿਸ ਤਰ੍ਹਾਂ ਉਹਨਾਂ ਨੂੰ ਸੁਪਨੇ ਦੇ ਵਿੱਚ ਉਸ ਨਿਰੰਕਾਰ ਪਰਮਾਤਮਾ ਨੇ ਆਪ ਦਾ ਭੇਜ ਦਿੱਤਾ। ਸੁਪਨ ਚਰਿੱਤਰ ਚਿੱਤਰ ਬਾਣ ਕੇ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਜਦੋਂ ਆਏ ਨੇ ਮਗਰੋਂ ਭਰਮ ਦਾ ਪਰਦਾ ਪੈ ਗਿਆ, ਥੋੜਾ ਚਿਰ ਹੀ ਦਰਸ਼ਨ ਹੋਏ ਨੇ, ਮਨ ਵਿਰਾਗ ਵਿੱਚ ਚਲਾ ਗਿਆ, ਲਿਵ ਟੁੱਟ ਗਈ ਤੇ ਐਸੀ ਅਵਸਥਾ ਬਣ ਗਈ। ਚਾਤਰਿਕ ਸ਼ਬਦ ਸੁਣ ਅੱਖੀਆਂ ਉਗੜ ਗਈ, ਭਈ ਮੀਣ ਗਤ ਬਿਰਹ ਜਗਾਏ ਹੈ। ਵਿਛੋੜੇ ਦੀ ਤੜਫ ਪੈਦਾ ਹੋ ਗਈ। ਉਸ ਅਵਸਥਾ ਵਿੱਚ ਗੁਰਮੁਖ ਤਾਂ ਕਹਿੰਦੇ ਨੇ ਵੀ ਜੇ ਸੁਪਨੇ ਵਿੱਚ ਜਾ ਕੇ ਜਿਨ੍ਹਾਂ ਨੂੰ ਥੋੜਾ ਜਿਹਾ ਵੀ ਭੇਤ ਆਉਂਦਾ ਹੈ, ਅਸੀਂ ਉਹਨਾਂ ਦੇ ਬਲਿਹਾਰੇ ਜਾਂਦੇ ਹਾਂ। ਸੁਪਨੇ ਹੂੰ ਬਰੜਾਏ ਕੇ ਜਿਹ ਮੁਖ ਨਿਕਸੇ ਰਾਮ। ਉਸ ਅਵਸਥਾ ਦੀ ਗੱਲ ਕਰ ਰਹੇ ਨੇ ਜਦੋਂ ਤ੍ਰੈ ਗੁਣਾ ਤੋਂ ਵੱਖ ਹੋ ਗਏ ਨੇ,
ਜਿੱਥੇ ਇਹ ਗਿਆਨ ਇੰਦਰੀਆਂ ਸਰੀਰ ਦੀਆਂ ਇੱਧਰ ਰਹਿ ਗਈਆਂ ਨੇ, ਮਨ ਆਪਦੀਆਂ ਗਿਆਨ ਇੰਦਰੀਆਂ ਦੁਆਰਾ ਉਸ ਨਿਰੰਕਾਰ ਦੇ ਬ੍ਰਹਮ ਦੇ ਸਨਮੁਖ ਬੈਠਾ ਹੈ। ਪਰ ਥੋੜ੍ਹਾ ਚਿਰ ਬਾਅਦ ਹੀ ਕਾਲ ਖੇਲ ਗਿਆ, ਵਿਚਾਰਾਂ ਦਾ ਪੜਦਾ ਪੈ ਗਿਆ। ਉਹ ਥੋੜ੍ਹੀ ਜਿਹੀ ਲਿਵ ਜੁੜੀ ਸੀ, ਵਿਛੋੜਾ ਪੈ ਗਿਆ। ਉਸ ਅਵਸਥਾ ਵਿੱਚ ਉਹ ਬਚਨ ਕਰਦੇ ਨੇ ਵੀ ਹੁਣ ਜਿਹੜਾ ਥੋੜ੍ਹਾ ਜਿਹਾ ਵੀ ਉਹਦੇ ਦਰਸ਼ਨ ਕਰਦਾ ਹੈ, ਅਸੀਂ ਉਸਦੇ ਬਲਿਹਾਰੇ ਜਾਂਦੇ ਹਾਂ। ਸੁਪਨੇ ਹੂੰ ਬਰੜਾਏ ਕੇ ਜਿਹੇ ਮੁਖ ਨਿਕਸੇ ਰਾਮ, ਤਾਕੇ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਹੁਣ ਐਸੀ ਜਿਹੜੀ ਅਵਸਥਾ ਹੈ, ਇਹ ਤਾਂ ਹੈ ਇੱਕ ਸਮਝ ਦਾ ਵਿਸ਼ਾ, ਜਿਸ ਦੇ ਵਿੱਚ ਅਸੀਂ ਗਿਆਨ ਇੰਦਰੀਆਂ ਤੋਂ ਪਾਸੇ ਹੋ ਕੇ ਅਗੰਮ ਦੇ ਵਿੱਚ ਇਸ ਮਨ ਨੇ ਸ਼ਬਦ ਦੇ ਸਨਮੁਖ ਹੋ ਕੇ ਨਿਰੰਕਾਰ ਦੇ ਘਰ ਵਿੱਚ ਬੈਠਣਾ ਹੈ। ਉਹ ਹੈ ਸੱਚ, ਉਹ ਸੱਚਾਈ ਹੈ। ਉਹ ਗੁਰਮੁਖ ਉੱਥੇ ਬੈਠਦੇ ਨੇ। ਤੇ ਮਨਮੁਖ ਦਾ ਹੈ ਵੀ ਸੁਪਨੇ ਵਿੱਚ ਚਲਾ ਗਿਆ, ਪਾਉਣ ਵਿੱਚ ਮਿਲ ਗਿਆ, ਸਾਰੀ ਰਾਤ ਇੱਥੇ ਆਕਾਸ਼ ਤੱਤ ਦੇ ਵਿੱਚ ਖੇਡਦਾ ਰਿਹਾ। ਸਵੇਰੇ ਆ ਕੇ ਇੱਥੇ ਸੁਪਨਾ ਕਹਿ ਕੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਫਿਰ ਮਾਇਆ ਦੇ ਖੇਲ ਵਿੱਚ ਜੁੜ ਗਿਆ। ਇਸ ਤਰ੍ਹਾਂ ਮਨਮੁਖ ਦੀ ਇਹ ਰੋਜ਼ ਦੀ ਅਵਸਥਾ ਚੱਲਦੀ ਹੈ, ਜਾਗਰਤ, ਸੁਪਨ ਅਤੇ ਸੁਖੋਪਤ। ਤੇ ਗੁਰਮੁਖ ਦੀ ਅਵਸਥਾ ਹੈ ਸਹਿਜ ਵਿੱਚ ਇੱਥੇ ਵਿਚਰਦਾ ਹੈ, ਮਾਇਆ ਦੇ ਘਰ ਵਿੱਚ ਸਿਮਰ ਸਿਮਰ ਹਰ ਕਾਰਨ ਕਰਨਾ। ਉਹ ਸਮਦ੍ਰਿਸ਼ਟ ਹੋ ਕੇ ਚੱਲਦਾ ਹੈ, ਨਾਲ ਨਾਲ ਕਰਮ ਕਰ ਰਿਹਾ ਹੈ, ਨਾਲ ਨਾਲ ਗੁਰੂ ਦੇ ਸ਼ਬਦ ਦਾ ਰੱਖਿਆ ਚੱਕਰ ਵੀ ਬਣਾਇਆ ਹੋਇਆ ਹੈ, ਜਿਸ ਦੇ ਨਾਲ ਉਹ ਇਸ ਰਜੋ ਗੁਣ ਤੇ ਆ ਕੇ ਇਸ ਮਾਇਆ ਦੇ ਘਰ ਵਿੱਚ ਜਦੋਂ ਰਜੋ ਗੁਣ ਤੇ ਆਉਂਦਾ ਹੈ, ਉਹ ਸਮਦ੍ਰਿਸ਼ਟ ਹੋ ਕੇ ਚੱਲਦਾ ਹੈ। ਤੇ ਜਦੋਂ ਉਹ ਸਮਦ੍ਰਿਸ਼ਟ ਹੋ ਕੇ ਚੱਲਦਾ ਹੈ ਇਸ ਰਜੋ ਗੁਣ ਤੇ, ਉਸ ਵਕਤ ਉਹ ਓਨਾ ਕੁ ਦੂਰ ਜਾਂਦਾ ਹੈ ਜਿੰਨੀ ਕੁ ਦੂਰ ਤੱਕ ਜੋ ਸ਼ਬਦ ਹੈ ਉਸ ਦੀ ਆਵਾਜ਼ ਉਸ ਨੂੰ ਸੁਣਾਈ ਦਿੰਦੀ ਰਹੇ, ਜਿਸ ਨੂੰ ਮਹਾਰਾਜ ਗੁਰਬਾਣੀ ਦੁਆਰਾ ਸਮਝਾਉਂਦੇ ਨੇ। ਉਸ ਨਾਮ ਦੇ ਦਾਇਰੇ ਦੇ ਵਿੱਚ ਉਹ ਚੱਲਦਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਉਹ ਇਸ ਲਿਵ ਦੇ ਰਸਤੇ ਤੇ ਚੱਲ ਕੇ ਸਮਦ੍ਰਿਸ਼ਟ ਹੋ ਕੇ ਕਰਮ ਦੇ ਨਾਲ ਨਾਲ ਉਹ ਧਰਮ ਨੂੰ ਦ੍ਰਿੜ ਕਰਦਾ ਹੈ। ਜਦੋਂ ਉਹ ਇਸ ਤਰੀਕੇ ਨਾਲ ਚੱਲੇਗਾ, ਸ਼ਬਦ ਦੇ ਹੁਕਮ ਦੇ ਦਾਇਰੇ ਵਿੱਚ ਚੱਲੇਗਾ, ਉਸ ਵਕਤ ਪਰਮਾਤਮਾ ਦੇ ਸਾਹਮਣੇ ਖੇਲ ਖੇਲੇਗਾ। ਪਰਮਾਤਮਾ ਉਸ ਨੂੰ ਦੇਖੇਗਾ। ਉਹ ਪਰਮਾਤਮਾ ਦੇ ਵੱਲ ਧਿਆਨ ਜੁੜਿਆ ਹੋਇਆ ਹੈ, ਪਰਮਾਤਮਾ ਉਸ ਨੂੰ ਦੇਖ ਰਿਹਾ ਹੈ। ਜਿਸ ਤਰ੍ਹਾਂ ਇੱਕ ਬੱਚਾ ਹੁਕਮ ਦੇ ਵਿੱਚ ਮਾਤਾ ਪਿਤਾ ਤੋਂ ਆਗਿਆ ਲੈ ਕੇ ਖੇਡਣ ਗਿਆ, ਓਨੀ ਕੁ ਦੂਰ ਜਾ ਕੇ ਖੇਡਿਆ ਵੀ ਮਾਤਾ ਪਿਤਾ ਦੇ ਸੰਪਰਕ ਵਿੱਚ ਹੈ, ਮਾਤਾ ਪਿਤਾ ਦੇ ਸਾਹਮਣੇ ਖੇਡ ਰਿਹਾ ਹੈ। ਇੱਕ ਇਸ਼ਾਰੇ ਹੀ ਮਾਤਰ ਨਾਲ ਉਹ ਵਾਪਸ ਘਰ ਆ ਜਾਏਗਾ। ਜਦੋਂ ਮਾਤਾ ਪਿਤਾ ਇਸ਼ਾਰਾ ਕਰਨਗੇ, ਆਵਾਜ਼ ਦੇਣਗੇ, ਉਹ ਘਰ ਚਲਾ ਜਾਏਗਾ। ਇਸ ਤਰ੍ਹਾਂ ਗੁਰਮੁਖ ਹੁਣ ਇਸ ਰਜੋ ਗੁਣ ਤੇ ਆਇਆ, ਸ਼ਬਦ ਦੇ ਨਾਲ ਵੀ ਸੰਪਰਕ ਹੈ, ਦ੍ਰਿਸ਼ਟੀ ਦੁਆਰਾ ਵੀ ਪਰਮਾਤਮਾ ਦੇ ਨਾਲ ਸੰਪਰਕ ਹੈ। ਆਵਾਜ਼ ਦੇ ਕੇ ਵੀ ਬੁਲਾ ਸਕਦੇ ਨੇ, ਇਸ਼ਾਰੇ ਨਾਲ ਵੀ ਬੁਲਾ ਸਕਦੇ ਨੇ। ਹੁਣ ਗੁਰਮੁਖ ਸਮਝਦਾ ਹੈ, ਜੇ ਸ਼ਬਦ ਦੁਆਰਾ ਆਵਾਜ਼ ਦਿੰਦੇ ਨੇ, ਉਹ ਵਿਚਾਰਦਾ ਹੈ ਉਸ ਨੂੰ। ਜੇ ਸਿੱਧਾ ਇਸ਼ਾਰਾ ਕਰਦੇ ਨੇ, ਉਹ ਵੀ ਸਮਝ ਲੈਂਦੇ ਨੇ। ਹਰ ਮਿਲੇ ਤਾਂ ਗੁਰਮੁਖ ਬੁਝੇ, ਚੀਨੇ ਸ਼ਬਦ ਅਬਿਨਾਸੀ ਹੈ, ਨਾਨਕ ਬੋਲੇ ਗੁਰਮੁਖ ਬੁਝੇ। ਗੁਰਮੁਖ ਪਰਮਾਤਮਾ ਦੇ ਇਸ਼ਾਰੇ ਨੂੰ ਸਮਝਦਾ ਹੈ। ਹੁਕਮ ਵਿੱਚ ਹੈ, ਜਦੋਂ ਹੁਕਮ ਕਰਦੇ ਨੇ ਆਉਂਦਾ ਹੈ, ਜਦੋਂ ਹੁਕਮ ਕਰਦੇ ਨੇ ਵਾਪਸ ਚਲਾ ਜਾਂਦਾ ਹੈ।
ਇਸ ਤਰ੍ਹਾਂ ਹੁਣ ਉਹ ਇਸ ਮਾਇਆ ਦੇ ਘਰ ਦੇ ਵਿੱਚ ਦਿਨ ਦੇ ਸਮੇਂ ਸਨਮੁਖ ਹੋ ਕੇ ਖੇਡਿਆ। ਰਾਤ ਪੈਣ ਲੱਗੀ ਹੈ, ਉਸਨੇ ਆਪਣੇ ਵਿਚਾਰਾਂ ਦਾ ਦਾਇਰਾ ਸੰਕੋਚਿਆ। ਉਸਨੇ ਪਾਉਣ ਨੂੰ ਸਮ ਕੀਤਾ। ਪਾਉਣ ਨੂੰ ਸਮ ਕਰਨ ਦੇ ਲਈ ਉਸਨੇ ਵਿਧੀ ਵਰਤੀ। ਉਹ ਕਿਰਿਆ ਕੀਤੀ ਜੋ ਗੁਰਬਾਣੀ ਦੇ ਵਿੱਚ ਜਿਸ ਨੂੰ ਇੱਕ ਮਿਸਾਲ ਦੇ ਕੇ ਸਮਝਾਇਆ ਹੈ, ਕੁੰਭਕ ਭਰਪੂਰ ਲੀਨੇ ਤੋ ਬਾਜੇ ਅਨਹਤ ਬੀਨੇ। ਉਸਨੇ ਇਹ ਕਿਰਿਆ ਨੂੰ ਕਰਦਿਆਂ ਹੋਇਆਂ ਪਾਉਣ ਨੂੰ ਛੱਡਿਆ। ਪਾਉਣ ਨੂੰ ਛੱਡ ਕੇ ਜੋ ਨਾਦ ਦੀ ਧੁਨ ਅਨਹਤ ਧੁਨ ਪੈਦਾ ਹੋਈ, ਉਸਨੇ ਉਸ ਧੁਨ ਨੂੰ ਪਕੜਿਆ ਤੇ ਇਸ ਭਵਜਲ ਨੂੰ ਪਾਰ ਕਰਕੇ ਇਸ ਸੁਣ ਵਿੱਚੋਂ ਹੁੰਦਾ ਹੋਇਆ ਉਹ ਇਸ ਨਿਰੰਕਾਰ ਪਰਮਾਤਮਾ ਦੇ ਸਨਮੁਖ ਚਲਾ ਗਿਆ। ਉਹ ਇਸ ਲਿਵ ਦੇ ਰਸਤੇ ਤੇ ਚੱਲਦਾ ਹੋਇਆ ਸੁਣ ਵਿੱਚ ਚਲਾ ਗਿਆ। ਪਾਉਣ ਨੂੰ ਛੱਡ ਕੇ ਸੁਣ ਵਿੱਚੋਂ ਉਸ